ਹੈਲੋ एवरीवन ਵੈਲਕਮ ਟੂ ਆਰ YouTube ਚੈਨਲ। ਅੱਜ ਦੀ ਵੀਡੀਓ ਦੇ ਵਿੱਚ ਅਸੀਂ MCQ ਸੀਰੀਜ਼ ਦਾ ਪਾਰਟ 4th ਕਰਾਂਗੇ। ਹੁਣ ਤੱਕ ਅਸੀਂ MCQ ਸੀਰੀਜ਼ ਦੇ ਵਿੱਚ 130 ਤੱਕ MCQs ਕਰ ਚੁੱਕੇ ਹਾਂ। ਜਿਨ੍ਹਾਂ ਨੇ ਉਹ MCQs ਨਹੀਂ ਦੇਖੇ ਤਾਂ ਪਹਿਲਾਂ ਜਾ ਕੇ ਤੁਸੀਂ ਉਹ MCQs ਦੇਖ ਲਓ। ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਸਟਲੀ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ। ਜੇ ਵੀਡੀਓ ਚੰਗੀ ਲੱਗਦੀ ਆ ਤਾਂ ਇਹਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ। ਨੈਕਸਟ ਅੱਜ ਦਾ ਜੋ ਕੁਐਸਚਨ ਹੈ ਸਾਡਾ ਸਟਾਰਟ ਹੁੰਦਾ ਵਿਚ ਪਲੇ ਆਫ ਬੈਨ ਜੌਨਸਨ ਡਜ਼ ਐਸਟੀ ਕੋਲਰਿਜ ਇਨਕਲੂਡਸ ਅਮੰਗ 3 ਬੈਸਟ ਵਰਕਸ ਹੈਵਿੰਗ ਪਰਫੈਕਟ ਪਲਾਟ। ਤਾਂ ਵਰਕ ਕਿਹੜਾ ਸੀਗਾ ਉਹ ਐਲਕੈਮਿਸਟ ਸੀ। ਹੁਣ ਨੈਕਸਟ ਕੁਐਸਚਨ ਦੇਖਦੇ ਹਾਂ ਇਨ ਵਿਚ ਪਲੇ ਡਿਡ ਸ਼ੇਕਸਪੀਅਰ ਇਨੈਕਟ। ਸ਼ੇਕਸਪੀਅਰ ਨੇ ਕਿਸ ਪਲੇ ਦੇ ਵਿੱਚ ਐਕਟ ਕੀਤਾ ਸੀ ਐਜ਼ ਏ ਐਕਟਰ। ਤਾਂ ਉਹ ਬੈਨ ਜੌਨਸਨ ਦਾ ਪਲੇ ਸੀਗਾ ਐਵਰੀ ਮੈਨ ਇਨ ਹਿਜ਼ ਹਿਊਮਰ। ਜਿਹੜਾ ਇਹ ਵਰਕ ਸੀ ਬੈਨ ਜੌਨਸਨ ਦਾ। ਹੁਣ ਥੋੜ੍ਹਾ ਜਿਹਾ ਬੈਨ ਜੌਨਸਨ ਬਾਰੇ ਅਸੀਂ ਦੇਖ ਲੈਂਦੇ ਹਾਂ। ਜਿਹੜਾ ਬੈਨ ਜੌਨਸਨ ਸੀਗਾ ਉਹਦੇ 'ਚੋਂ ਕੁਐਸਚਨ ਕੀ ਆਉਂਦੇ ਨੇ। ਇੱਕ ਤਾਂ ਤੁਹਾਨੂੰ ਪੋਇਟ ਲੋਰੇਟ ਬਾਰੇ ਪੁੱਛ ਲੈਂਦਾ ਕਿ ਪੋਇਟ ਲੋਰੇਟ ਬੈਨ ਜੌਨਸਨ ਕਦੋਂ ਬਣਿਆ ਸੀ। ਤਾਂ 1616 ਦੇ ਵਿੱਚ ਬਣਦਾ ਹੈ ਜਦੋਂ ਸ਼ੇਕਸਪੀਅਰ ਦੀ ਡੈਥ ਹੋ ਜਾਂਦੀ ਹੈ। ਉਸ ਤੋਂ ਬਾਅਦ ਨੈਕਸਟ ਇਹਦਾ ਫੁੱਲ ਨੇਮ ਬੈਂਜਾਮਿਨ ਜੌਨਸਨ ਸੀ। ਜਿਹੜਾ ਬੈਂਜਾਮਿਨ ਜੌਨਸਨ ਹੈ ਨਾ ਇਹ 3 ਵਾਰੀ ਜੇਲ੍ਹ ਜਾ ਚੁੱਕਿਆ ਸੀ। ਤਿੰਨੋਂ ਵਾਰੀ ਜਦੋਂ ਇਹ ਜੇਲ੍ਹ ਦੇ ਵਿੱਚ ਗਿਆ ਤਾਂ ਤਿੰਨ ਹੀ ਇਹਦੇ ਇੰਪੋਰਟੈਂਟ ਫੈਕਟ ਨੇ। ਉਹ ਪਹਿਲੀ ਵਾਰੀ ਜਦੋਂ ਜਾਂਦਾ ਇਹ 1597 ਦੇ ਵਿੱਚ ਇਹਨੇ ਉਦੋਂ ਜਿਹੜਾ ਹੈਗਾ ਇੱਕ ਵਰਕ ਲੈ ਕੇ ਆਇਆ ਸੀ ਜਿਹਦਾ ਨਾਮ ਸੀ ਆਈਸਲਸ ਆਫ ਡੌਗਸ। ਉਹ ਅੱਗੇ ਕਰਾਂਗੇ ਅਸੀਂ। ਉਹਦੇ ਕਰਕੇ ਫਸਟ ਟਾਈਮ ਇਹ ਜੇਲ੍ਹ ਦੇ ਵਿੱਚ ਜਾਂਦਾ ਹੈ। ਸੈਕਿੰਡ ਟਾਈਮ ਜਾਂਦਾ ਜਦੋਂ ਇਹਨੇ ਗੈਬਰੀਅਲ ਸਪੈਂਸਰ ਦਾ ਮਰਡਰ ਕਰਤਾ ਸੀ। ਅਤੇ ਥਰਡ ਟਾਈਮ ਜਿਹੜਾ ਜਦੋਂ ਜਾਂਦਾ ਇਹ ਤਾਂ ਇਸਨੇ ਇੱਕ ਵਰਕ ਹੋਰ ਲਿਖਿਆ ਸੀ ਈਸਟਨਵੁੱਡ ਹੋ। ਉਸ ਵਰਕ ਕਰਕੇ ਵੀ ਇਹ ਜੇਲ੍ਹ ਦੇ ਵਿੱਚ ਗਿਆ ਸੀ। ਇਹਦੇ 2 ਵਰਕ ਨੇ ਜਿਹੜੇ ਲਾਈਕ ਜਿਵੇਂ ਆਈਸਲਸ ਆਫ ਡੌਗ ਆਖਿਆ ਤੁਹਾਨੂੰ ਅਤੇ ਨਾਲ ਹੀ ਜਿਹੜਾ ਵਰਕ ਦੂਸਰਾ ਹੈ ਈਸਟਨਵੁੱਡ ਹੋ। ਇਹ ਦੋਨੋਂ ਵਰਕ ਇੰਪੋਰਟੈਂਟ ਨੇ। ਨੈਕਸਟ ਦੇਖਦੇ ਹਾਂ ਦ ਸਬਟਲ ਇਜ਼ ਅ ਕਰੈਕਟਰ ਇਨ। ਸਬਟਲ ਕਰੈਕਟਰ ਕਿਸ ਦੇ ਵਿੱਚ ਹੈ ਦ ਐਲਕੈਮਿਸਟ ਦੇ ਵਿੱਚ ਆ ਜਾਂਦਾ ਇਹ। ਨੈਕਸਟ ਕੁਐਸਚਨ ਐਸਪਰ ਇਜ਼ ਅ ਕਰੈਕਟਰ ਇਨ ਐਵਰੀ ਮੈਨ ਆਊਟ ਆਫ ਹਿਜ਼ ਹਿਊਮਰ। ਹੁਣ ਐਵਰੀ ਮੈਨ ਆਊਟ ਆਫ ਹਿਜ਼ ਹਿਊਮਰ ਜਿਹੜਾ ਵਰਕ ਹੈ ਸੇਮ ਐਜ਼ ਇਟ ਹੀ ਇਹ ਬੈਨ ਜੌਨਸਨ ਦਾ ਲਿਖਿਆ ਹੋਇਆ ਹੈ। ਉਸ ਤੋਂ ਬਾਅਦ ਨੈਕਸਟ ਵਿਚ ਪਲੇ ਆਫ ਬੈਨ ਜੌਨਸਨ ਇਜ਼ ਸੈਟ ਇਨ ਲੰਡਨ। ਮੋਸਟ ਇੰਪੋਰਟੈਂਟ ਕੁਐਸਚਨ ਲੰਡਨ ਦੇ ਵਿੱਚ ਸੈਟਿੰਗ ਕਿਸ ਦੀ ਹੈ ਦ ਐਲਕੈਮਿਸਟ ਦੀ ਹੈ। ਹੁਣ ਜਿਹੜਾ ਦ ਐਲਕੈਮਿਸਟ ਹੈ ਕਦੋਂ ਪਬਲਿਸ਼ ਹੋਇਆ ਸੀ ਇਹ 1612 ਦੇ ਵਿੱਚ ਪਬਲਿਸ਼ ਹੋਇਆ ਸੀ। ਅਤੇ ਫਸਟ ਪਰਫੋਰਮਡ ਕਿੰਗਸਮੈਨ ਜਿਹੜੀ ਕੰਪਨੀ ਸੀ ਤੁਹਾਨੂੰ ਯਾਦ ਹੋਏਗਾ ਸ਼ੇਕਸਪੀਅਰ ਦੀ ਹੈ ਨਾ। ਜਦੋਂ ਸਾਡੇ ਕੋਲ ਐਲਿਜ਼ਾਬੈਥਨ ਏਜ ਤੋਂ ਖਤਮ ਹੋ ਕੇ ਜੈਕੋਬੀਅਨ ਏਜ ਸਟਾਰਟ ਹੁੰਦੀ ਹੀ ਹੈ ਉਦੋਂ ਫਿਰ ਕਿੰਗਸਮੈਨ ਕੰਪਨੀ ਜਿਹੜੀ ਉਹ ਬਣ ਜਾਂਦੀ ਹੈ। ਉਸ ਦੇ ਥਰੂ ਹੀ ਇਹਨੂੰ ਜਿਹੜਾ ਫਸਟ ਪਰਫੋਰਮੈਂਸ ਕੀਤਾ ਗਿਆ ਸੀ। ਨੈਕਸਟ ਹੈ ਵਿਚ ਇਜ਼ ਬੈਨ ਜੌਨਸਨਜ਼ ਫਸਟ ਪਲੇ। ਮੋਸਟ ਇੰਪੋਰਟੈਂਟ ਕੁਐਸਚਨ ਬੈਨ ਜੌਨਸਨ ਦਾ ਫਸਟ ਪਲੇ ਕਿਹੜਾ ਸੀ ਐਵਰੀ ਮੈਨ ਇਨ ਹਿਜ਼ ਹਿਊਮਰ। ਐਵਰੀ ਮੈਨ ਇਨ ਹਿਜ਼ ਹਿਊਮਰ ਪਬਲਿਸ਼ ਕਦੋਂ ਹੁੰਦਾ ਇਹ 1597 ਦੇ ਵਿੱਚ ਹੁੰਦਾ ਹੈ। ਨੈਕਸਟ ਕੁਐਸਚਨ ਦ ਲਾਈਨ ਗੁੱਡ ਮਾਰਨਿੰਗ ਆਫ ਦ ਡੇ ਐਂਡ ਨੈਕਸਟ ਮਾਈ ਗੋਲਡ ਸਰਾਈਨ ਦੈਟ ਆਈ ਮੇ ਸੀ ਮਾਈ ਸੇਂਟ ਅਪੀਅਰਸ ਇਨ। ਇਹ ਬੋਲਪੌਨ ਦੇ ਵਿੱਚ ਅਪੀਅਰ ਹੁੰਦੀਆਂ ਇਹ ਲਾਈਨਸ ਨੇ ਜਿਹੜੀਆਂ। ਬੋਲਪੌਨ ਇਹਦਾ ਪਲੇ ਸੀਗਾ ਬੈਨ ਜੌਨਸਨ ਦਾ। ਇਹ ਇੱਕ ਕਾਮੇਡੀ ਪਲੇ ਸੀ। ਅਗਰ ਦੇਖਿਆ ਜਾਵੇ 1605 ਦੇ ਵਿੱਚ ਇਹਨੂੰ ਪਰਫੋਰਮ ਕੀਤਾ ਸੀ। ਇਹ ਬੈਨ ਜੌਨਸਨ ਨੇ ਅਪਰੋਕਸ 5 ਵੀਕਸ ਲੱਗ ਗਏ ਸੀ ਇਹਨੂੰ ਲਿਖਣ ਦੇ ਲਈ। ਨੈਕਸਟ ਹੈ ਇਨ ਵਿਚ ਗਾਇਜ਼ ਡਜ਼ ਵੋਲਪੌਨ ਵਿਜ਼ਿਟ ਸੀਲੀਆਜ਼ ਵੋਲਪੌਨ। ਕਿਸ ਦੇ ਲਈ ਜਦੋਂ ਵੋਲਪੌਨ ਤੁਸੀਂ ਪੜ੍ਹਿਆ ਹੋਏਗਾ ਜਿਹੜਾ ਇਹਦਾ ਪਲੇ ਆ ਇਸ ਦੇ ਵਿੱਚ ਨਾ ਜਿਹੜਾ ਵੋਲਪੌਨ ਨਾਂ ਦਾ ਇੱਕ ਕਰੈਕਟਰ ਹੁੰਦਾ ਹੈ ਉਹ ਸੀਲੀਆ ਨੂੰ ਕਦੋਂ ਮਿਲਦਾ। ਹੁਣ ਜਿਹੜੀ ਸੀਲੀਆ ਹੁੰਦੀ ਹੈ ਇਹ ਇਸ ਦੇ ਵਿੱਚ ਜਿਹੜੇ ਆਪਣੇ ਕੋਲ ਇੱਕ ਕਾਰਵੈਨੋ ਹੁੰਦਾ ਉਸ ਦੀ ਵਾਈਫ ਹੁੰਦੀ ਹੈ। ਤਾਂ ਉਹਨੂੰ ਇਹ ਕਦੋਂ ਮਿਲਦਾ ਸਕਾਟੋ ਬਣ ਕੇ ਮਿਲਦਾ ਹੈ ਜਿਹਦੇ ਵਿੱਚ ਇਹ ਮਾਊਂਟ ਬੈਂਕ ਹੁੰਦਾ। ਮਾਊਂਟ ਬੈਂਕ ਕੀ ਹੁੰਦਾ ਮਾਊਂਟ ਬੈਂਕ ਜਿਹੜੇ ਸੜਕਾਂ 'ਤੇ ਤੁਸੀਂ ਦੇਖਿਆ ਹੋਏਗਾ ਰੋਡਸ ਦੇ ਉੱਪਰ ਉਹ ਇੱਕ ਦੇਸੀ ਵੈਦ ਜੇ ਫਿਰਦੇ ਹੁੰਦੇ ਨੇ। ਆਹ ਗੋਲੀਆਂ ਲੈ ਲਓ ਆਹ ਇੱਦਾਂ ਕਰ ਲਓ ਜੜੀਆਂ ਬੂਟੀਆਂ ਦਾ ਕੰਮ ਹੈ ਮੇਰੇ ਕੋਲ ਹੈ ਨਾ। ਉਹ ਵਰਕ ਜਦੋਂ ਇਹ ਉੱਦਾਂ ਦਾ ਇੱਕ ਆਪਣਾ ਨਾ ਇਹ ਅਸਲ ਵਿੱਚ ਨਾ ਜਿਹੜਾ ਵੋਲਪੌਨ ਸੀ ਇਹ ਇੱਕ ਬੜਾ ਚਲਾਕੀਆ ਕਿਸਮ ਦਾ ਸੀ ਲਾਈਕ ਅ ਫੌਕਸ ਦੀ ਤਰ੍ਹਾਂ। ਇਹ ਇੱਕ ਨਾਟਕ ਕਰਦਾ ਹੁੰਦਾ ਕਿ ਮੈਂ ਅੱਜ ਬਿਮਾਰ ਹੋ ਗਿਆ ਹੈ ਨਾ। ਤਾਂ ਬਿਮਾਰ ਹੋਣ ਤੋਂ ਬਾਅਦ ਇਹ ਇੱਦਾਂ ਦਾ ਢੋਂਗ ਜਿਹਾ ਕਰਦਾ ਕਿ ਲੋਕ ਇਹਦੇ ਕੋਲ ਆਉਂਦੇ ਨੇ ਗਿਫਟ ਲੈ ਕੇ। ਕਿਉਂ ਆਉਂਦੇ ਨੇ ਕਿਉਂਕਿ ਇਸ ਦੇ ਕੋਈ ਔਲਾਦ ਨਹੀਂ ਹੁੰਦੀ ਪਹਿਲੀ ਗੱਲ ਹੈ।
ਜਦੋਂ ਕੋਈ ਔਲਾਦ ਨਹੀਂ ਹੈਗੀ ਤਾਂ ਫਿਰ ਇਹਦੀ ਪ੍ਰੋਪਰਟੀ ਹੈ ਜਿਹੜੀ ਲੋਕਾਂ ਨੂੰ ਇਹ ਹੁੰਦਾ ਕਿ ਅਸੀਂ ਇਹਨੂੰ ਅਟਰੈਕਟ ਕਰ ਲਈਏ ਆਪਣੇ ਵੱਲ, ਤਾਂ ਜੋ ਇਹਦੀ ਪ੍ਰੋਪਰਟੀ ਹੈ ਜਿਹੜੀ ਸਾਨੂੰ ਮਿਲ ਜਾਏਗੀ। ਤਾਂ ਇੱਦਾਂ ਹੀ ਇਹਦੇ ਵਿੱਚ ਅੱਗੇ ਪਲੇ ਆ, ਉਹ ਆਪਾਂ ਅੱਗੇ ਫਿਰ ਡਿਸਕਸ ਕਰਾਂਗੇ ਕਿਸੇ ਵੀਡੀਓ ਦੇ ਵਿੱਚ। ਨੈਕਸਟ ਚੱਲਦੇ ਹਾਂ। ਵਿਚ ਪਲੇ ਆਫ ਮੈਨ ਜੌਨਸਨ ਅਟੈਕਸ ਕੰਟੈਂਪਰੇਰੀ ਥੀਮਸ ਐਂਡ ਕਨਵੈਨਸ਼ਨਸ। ਐਵਰੀ ਮੈਨ ਇਨ ਹਿਜ਼ ਹਿਊਮਰ ਜਿਹੜਾ ਪਲੇ ਆ ਦਾ ਫਸਟ ਪਲੇ ਆ, ਉਹੀ ਅਟੈਕ ਕਰਦਾ ਕੰਟੈਂਪਰੇਰੀ ਥੀਮਸ ਤੇ ਕਨਵੈਨਸ਼ਨਸ ਦੇ ਉੱਪਰ। ਵਿਚ ਪਲੇ ਆਫ ਬੈਨ ਜੌਨਸਨ ਇਜ਼ ਸੈਟ ਇਨ ਵੈਨਿਸ। ਵੈਨਿਸ ਦੇ ਵਿੱਚ ਕਿਹੜਾ ਹੈ? ਵੋਲਪੌਨ। ਵੋਲਪੌਨ ਜਿਹੜਾ ਇਹਦਾ ਪਲੇ ਸੀ ਉਹ ਵੈਨਿਸ ਦੇ ਵਿੱਚ ਉਹਦੀ ਸੈਟਿੰਗ ਰੱਖੀ ਗਈ ਹੈ। ਨੈਕਸਟ, ਵਿਚ ਟਾਈਪ ਆਫ ਕਮੇਡੀ ਡਿਡ ਜੌਨਸਨ ਇਨਵੈਂਟ। ਮੋਸਟ ਇੰਪੋਰਟੈਂਟ ਕੁਐਸਚਨ ਆ, ਇਹ ਐਗਜ਼ਾਮ ਦੇ ਵਿੱਚ ਆਇਆ ਵੀ ਪਿਆ ਕਿ ਬੈਨ ਜੌਨਸਨ ਨੇ ਕਿਹੜੀ ਕਮੇਡੀ ਜਿਹੜੀ ਉਹ ਇਨਵੈਂਟ ਕੀਤੀ ਸੀ। ਤਾਂ ਇਹਦਾ ਆਨਸਰ ਕੀ ਆਏਗਾ? ਕਮੇਡੀ ਆਫ ਹਿਊਮਰਸ। ਨੈਕਸਟ, ਵਿਚ ਵਨ ਇਜ਼ ਨਾਟ ਆ ਹਿਊਮਰ ਇਨ ਕਮੇਡੀ ਆਫ ਹਿਊਮਰਸ। ਹਿਊਮਰਸ ਕਮੇਡੀ ਦੇ ਵਿੱਚੋਂ ਜਿਹੜਾ ਰੈਡ ਬਾਈਲ ਆ ਇਹ ਹਿਊਮਰ ਨਹੀਂ ਹੈ। ਨੈਕਸਟ, ਵੈਨ ਵਾਜ਼ ਵੋਲਪੌਨ ਇਨੈਕਟਡ। ਵੋਲਪੌਨ ਕਦੋਂ ਪਲੇ ਕੀਤਾ ਸੀ, ਇਹ ਪਰਫਾਰਮ ਹੋਇਆ ਸੀ? ਤਾਂ ਤੁਹਾਨੂੰ ਮੈਂ ਆਲਰੇਡੀ ਦੱਸ ਚੁੱਕਿਆ ਕਿ 1605 ਦੇ ਵਿੱਚ ਹੁੰਦਾ ਹੈ। ਨੈਕਸਟ, ਵੈਨ ਵਾਜ਼ ਦਾ ਐਲਕੈਮਿਸਟ ਇਨੈਕਟਡ। ਜਿਹੜਾ ਇਹਦਾ ਐਲਕੈਮਿਸਟ ਪਲੇ ਸੀ ਉਹ ਕਦੋਂ ਇਨੈਕਟ ਹੁੰਦਾ? ਉਹ 1610 ਦੇ ਵਿੱਚ ਹੁੰਦਾ ਹੈ। ਕਲੀਅਰ? ਇਹ 5 ਐਕਟ ਕਮੇਡੀ ਇਹਦੀ ਵਰਕ ਹੁੰਦਾ, 5 ਐਕਟ ਪਲੇ। ਨੈਕਸਟ, ਵੈਨ ਵਾਜ਼ ਐਪੀਕੌਨ ਇਨੈਕਟਡ। ਇਹਦਾ ਜਿਹੜਾ ਵਰਕ ਸੀ ਨੈਕਸਟ ਐਪੀਕੌਨ, ਉਹ ਕਦੋਂ ਜਿਹੜਾ ਹੈਗਾ ਪਰਫਾਰਮ ਹੋਇਆ ਸੀ? 1609 ਦੇ ਵਿੱਚ, ਜਿਹਨੂੰ ਅਸੀਂ ਇਹਦਾ ਸਬਟਾਈਟਲ ਪੁੱਛ ਲੈਂਦਾ ਕਈ ਵਾਰੀ ਐਪੀਕੌਨ ਦਾ, ਉਹ ਕੀ ਹੈ? ਦ ਸਾਈਲੈਂਟ ਵੂਮੈਨ। ਨੈਕਸਟ, ਕਾਰਬੈਨੋ ਇਨ ਵੋਲਪੌਨ ਸਟੈਂਡਸ ਫॉर। ਕਾਰਬੈਨੋ ਜਿਹੜਾ ਹੈਗਾ ਇਹ ਕਰੋ ਦੇ ਸਟੈਂਡ ਕਰਦਾ, ਇੱਕ ਕਊਏ ਦੀ ਤਰ੍ਹਾਂ। ਹੁਣ ਦੇਖੋ ਕਾਰਬੈਨੋ ਦਾ ਕਰੈਕਟਰ ਇਹਨਾਂ ਨੇ ਇੱਦਾਂ ਦਾ ਕਿਉਂ ਬਣਾਇਆ ਹੋਇਆ? ਕਿਉਂਕਿ ਇਹ ਪਰਸਨ ਜਿਹੜਾ ਹੈਗਾ ਉਸ ਦੇ ਵਿੱਚ ਉਹਦੀ ਵੋਲਪੌਨ ਦੀ ਪ੍ਰੋਪਰਟੀ ਹੜੱਪਣੀ ਚਾਹੁੰਦਾ ਹੁੰਦਾ ਹੈ। ਇਸ ਕਰਕੇ ਜਦੋਂ ਵੋਲਪੌਨ ਬਿਮਾਰ ਪੈਣ ਦੀ ਐਕਟਿੰਗ ਕਰਦਾ, ਉਸ ਦੇ ਕੋਲੇ ਫਸਟ ਟਾਈਮ ਡਾਇਮੰਡਸ ਵਗੈਰਾ ਲੈ ਕੇ ਜਾਂਦਾ, ਅਤੇ ਡਾਇਮੰਡਸ ਲੈ ਕੇ ਉਹਨੂੰ ਮਤਲਬ ਅਟਰੈਕਟ ਕਰਨ ਦੀ ਕੋਸ਼ਿਸ਼ ਕਰਦਾ ਕਿ ਮੈਂ ਤੇਰੇ ਲਈ ਐਡਾ ਵੱਡਾ ਤੋਹਫਾ ਲੈ ਕੇ ਆਇਆ, ਜਦੋਂ ਵੋਲਪੌਨ ਦੀ ਡੈਥ ਹੋ ਜਾਏਗੀ ਤਾਂ ਉਹਦੀ ਜਿਹੜੀ ਪ੍ਰੋਪਰਟੀ ਆ ਮੇਰੇ ਕੋਲ ਆ ਜਾਏਗੀ। ਤਾਂ ਇਹ ਐਟ ਦੀ ਐਂਡ ਕੀ ਕਰਦਾ ਹੁੰਦਾ? ਵੋਲਪੌਨ ਜਦੋਂ ਸੀਲੀਆ ਨੂੰ ਦੇਖ ਲੈਂਦਾ, ਸੀਲੀਆ ਦੀ ਵਾਈਫ ਹੁੰਦੀ ਆ ਜਿਹੜਾ ਹੈਗਾ ਆਪਣੇ ਕੋਲ ਕਾਰਬੈਨੋ, ਇਹਦੀ ਵਾਈਫ ਹੁੰਦੀ ਆ, ਜਦੋਂ ਵੋਲਪੌਨ ਉਹਨੂੰ ਦੇਖ ਲੈਂਦਾ ਤਾਂ ਬੜਾ ਅਟਰੈਕਟਿਵ ਹੋ ਜਾਂਦਾ ਉਹਦੇ ਵੱਲ, ਅਤੇ ਇਹ ਫਿਰ ਉਹਨੂੰ ਆਪਣੇ ਮੌਸਕਾ ਨੂੰ ਕਹਿੰਦਾ ਹੁੰਦਾ ਕਾਰਬਨ ਨੂੰ ਕਿ ਯਾਰ ਮੈਨੂੰ ਤਾਂ ਸੀਲੀਆ ਹੀ ਚਾਹੀਦੀ ਆ, ਮੈਂ ਉਹਦੇ ਨਾਲ ਨਾਈਟ ਸਪੈਂਡ ਕਰਨੀ ਆ ਕਿਉਂਕਿ ਮੈਂ ਉਹਨੂੰ ਲਾਈਕ ਕਰਦਾ। ਤਾਂ ਇੱਦਾਂ ਦੀ ਜਦੋਂ ਇਹ ਅਪਰੋਚ ਫਿਰ ਜਿਹੜਾ ਸਾਡੇ ਕੋਲ ਮਾਸਕੋ ਹੁੰਦਾ ਉਹ ਲੈ ਕੇ ਜਾਂਦਾ ਕਾਰਬੈਨੋ ਕੋਲ, ਤਾਂ ਕਾਰਬੈਨੋ ਮੰਨ ਜਾਂਦਾ ਬੜੀ ਈਜ਼ੀ, ਕਿਉਂਕਿ ਉਹਨੂੰ ਪ੍ਰੋਪਰਟੀ ਚਾਹੀਦੀ ਹੁੰਦੀ ਹੈ, ਲਾਲਚੀ ਜਿਹਨੂੰ ਕਹਿ ਦਿੰਦੇ ਹਾਂ ਅਸੀਂ, ਹੈ ਨਾ। ਇਸੇ ਕਰਕੇ ਇਹਦਾ ਜਿਹੜਾ ਹੈਗਾ ਸਟੈਂਡ ਕਰਦਾ ਹੈ ਕਰੋ ਦੇ ਲਈ। ਨੈਕਸਟ, ਮੌਸਕੋ ਇਨ ਵੋਲਪੌਨ ਸਟੈਂਡਸ ਫॉर। ਮੌਸਕੋ ਇੱਕ ਫਲਾਈ ਦੀ ਤਰ੍ਹਾਂ ਜਿਹੜਾ ਹੈਗਾ ਸਟੈਂਡ ਕਰਦਾ। ਹੁਣ ਵੋਲਪੌਨ ਜਿਹੜੀ ਸਟੋਰੀ ਹੈ ਤਾਂ ਇਹ ਇੱਕ ਕਮੇਡੀ ਆਫ ਹਿਊਮਰਸ ਦੀ ਤਰ੍ਹਾਂ ਹੈ। ਇਸ ਦੇ ਵਿੱਚ ਜਿਹੜਾ ਵੋਲਪੌਨ ਹੁੰਦਾ ਨਾ, ਉਹ ਜਿੰਨੀ ਵੀ ਉਹਦੀ ਪਲੈਨਿੰਗ ਹੁੰਦੀਆਂ ਨੇ ਉਹਨਾਂ ਦੇ ਵਿੱਚ ਮੌਸਕੋ ਇਨਕਲੂਡ ਹੁੰਦਾ ਹੈ, ਚੰਗੀ ਤਰ੍ਹਾਂ ਇਨਵੋਲਵ ਹੁੰਦਾ ਉਹਦੇ ਵਿੱਚ, ਅਤੇ ਜਿਹੜਾ ਮੌਸਕੋ ਹੁੰਦਾ ਉਹ ਵੋਲਪੌਨ ਦਾ ਸਰਵੈਂਟ ਹੁੰਦਾ। ਨੈਕਸਟ, ਵੋਲਪੌਨ ਇਨ ਵੋਲਪੌਨ ਸਟੈਂਡਸ ਫॉर। ਫੌਕਸ ਦੀ ਤਰ੍ਹਾਂ ਹੈ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ, ਇਹ ਇੱਕ ਨਾਟਕ ਕਰਦਾ ਹੁੰਦਾ ਬਿਮਾਰ ਹੋਣ ਦਾ, ਬਿਮਾਰ ਹੋ ਕੇ ਲੋਕਾਂ ਤੋਂ ਬੜੇ ਬੜੇ ਤੋਹਫੇ ਲੈਂਦਾ ਹੈ ਨਾ, ਅਤੇ ਇੱਦਾਂ ਦੇ ਜਿਹੜੇ ਨਾਟਕ ਕਰਦਾ ਤਾਂ ਉਹ ਚਲਾਕੀਆ ਕਿਸਮ ਦਾ ਹੋ ਗਿਆ। ਚਲਾਕੀਆ ਕੌਣ ਹੁੰਦਾ ਹੈ? ਫੌਕਸ ਹੁੰਦੀ ਹੈ। ਨੈਕਸਟ, ਵਾਲਟਰ ਇਨ ਦਾ ਵੋਲਪੌਨ ਸਟੈਂਡਸ ਫॉर। ਵਾਲਟਰ ਕਿਸ ਦੇ ਲਈ ਸਟੈਂਡ ਕਰਦਾ ਇੱਥੇ? ਵਲਚਰ ਦੇ ਲਈ ਸਟੈਂਡ ਕਰਦਾ ਹੈ। ਨੈਕਸਟ, ਇਹ ਵਾਲਟਰ ਜਿਹੜਾ ਹੁੰਦਾ ਇਹ ਇੱਕ ਲਾਇਰ ਹੁੰਦਾ, ਇਹਨੂੰ ਵੀ ਜਿਹੜਾ ਲਾਲਚ ਦੇ ਵਿੱਚ ਲਿਆਂਦਾ ਜਾਂਦਾ ਕਿ ਜਦੋਂ ਵੋਲਪੌਨ ਦੀ ਡੈਥ ਹੋ ਜੂ, ਮਾਸਕੋ ਕਹਿੰਦਾ ਕਿ ਉਹਦੀ ਪ੍ਰੋਪਰਟੀ ਤੈਨੂੰ ਮਿਲ ਜਾਣੀ ਆ। ਇਸ ਕਰਕੇ ਜਦੋਂ ਇਹ ਮਿਲਣ ਆਉਂਦਾ ਹੁੰਦਾ ਉਹਨੂੰ ਤਾਂ ਗੋਲਡਸ ਪਲੇਟ ਲੈ ਕੇ ਆਉਂਦਾ ਹੁੰਦਾ। ਗੋਲਡ ਦੀਆਂ ਪਲੇਟਸ ਕੌਣ ਲੈ ਕੇ ਆਊਗਾ? ਵੋਲਪੌਨ ਦੇ ਕੋਲ ਉਹ ਵਾਲਟਰ ਹੁੰਦਾ ਹੈ। ਕਈ ਵਾਰੀ ਕੁਐਸਚਨ ਪੁੱਛ ਲੈਂਦਾ ਤੁਹਾਨੂੰ। ਨੈਕਸਟ, ਲੇਡੀ ਵੁਡਬੀ ਇਨ ਦਾ ਵੋਲਪੌਨ ਸਟੈਂਡਸ ਫॉर। ਲੇਡੀ ਵੁਡਬੀ ਹੈ ਜਿਹੜੀ ਇਹ ਪੈਰਟ ਦੇ ਲਈ ਸਟੈਂਡ ਕਰਦੀ ਹੈ। ਹੁਣ ਲੇਡੀ ਵੁਡਬੀ ਪੈਰਟ ਕਿਉਂ ਆਖਦੇ ਹਾਂ? ਜਿਵੇਂ ਆਪਾਂ ਨੋਰਮਲ ਕਹਿ ਦਿੰਦੇ ਹਾਂ ਕਿ ਤੋਤੇ ਦੀ ਤਰ੍ਹਾਂ ਬੋਲੀ ਜਾਂਦਾ, ਤੋਤੇ ਕਦੇ ਚੁੱਪ ਹੀ ਨਹੀਂ ਕਰਦੇ ਹੁੰਦੇ ਪੈਰਟਸ, ਹੈ ਨਾ। ਤਾਂ ਐਜ਼ ਇਟ ਹੀ ਹੁੰਦਾ ਕਿ ਜਿਹੜੀ ਲੇਡੀ ਵੁਡਬੀ ਹੈ ਕਦੇ ਚੁੱਪ ਨਹੀਂ ਕਰਦੀ, ਇਹ ਬੋਲਦੀ ਹੋ ਰਹਿੰਦੀ ਆ। ਇਹਨੂੰ ਚੁੱਪ ਕਰਾਉਣਾ ਬੜਾ ਔਖਾ ਹੋ ਜਾਂਦਾ ਹੁੰਦਾ ਇਸ ਪਲੇ ਦੇ ਵਿੱਚ। ਨੈਕਸਟ, ਕਾਰਬੈਕਸੀਓ ਸਟੈਂਡਸ ਫॉर। ਇਹ ਕਿਸ ਦੇ ਲਈ ਹੈ? ਰੇਵਨ ਦੇ ਲਈ ਹੈ। ਰੇਵਨ ਕੀ ਹੁੰਦਾ? ਇੱਕ ਗਿਰਜਾਂ ਹੁੰਦੀਆਂ ਨੇ, ਹੈ ਨਾ, ਜਿਹੜੀਆਂ ਤੁਸੀਂ ਦੇਖਿਆ ਹੋਏਗਾ, ਇਹਨੂੰ ਸਰਚ ਕਰ ਲਿਓ ਗੂਗਲ ਦੇ ਉੱਪਰ, ਤੁਹਾਨੂੰ ਪਤਾ ਚੱਲ ਜਾਏਗਾ। ਨੈਕਸਟ, ਵਿਚ ਪਲੇ ਇਜ਼ ਆ ਸਟਾਰ ਔਨ ਨਿਊਜ਼ ਮੋਰਨਿੰਗ।
ਇਹਦਾ ਕੀ ਆਊਗਾ staple of news. Next one, which play has the subtitle A Tale of Robin Hood. Tale of Robin Hood ਜਿਹੜਾ subtitle ਕਿਸ play ਦਾ ਇਹ ਸੈਡ ਸੈਫਰਡ ਦਾ ਹੈ। Clear? Next ਦੇਖਦੇ ਹਾਂ ਉਸ ਤੋਂ ਅੱਗੇ, which play has subtitle Humors Reconciled. Same as it is the Magnetic Lady ਦੇ ਨਾਲ ਹੈ। Next question, which play has the subtitle The Light Heart. The Light Heart ਜਿਹੜਾ ਹੈਗਾ The New In ਇਹਦਾ subtitle ਹੈ। Next, which play is incomplete. Incomplete play ਕਿਹੜਾ ਹੈ? Sad Shepherd. Sad Shepherd ਜਿਹੜਾ play ਸੀਗਾ ਵੈਨ ਜੌਨਸਨ ਦਾ ਉਹ incomplete play ਹੈ। Which play did Van Johnson write in collaboration with Thomas Nast? Thomas Nast ਦੇ ਨਾਲ collaboration ਦੇ ਵਿੱਚ ਇਹ Isle of Dog ਜਿਹੜਾ play ਆ ਉਹ ਲਿਖਤਾ ਹੈ। ਇਹ Isle of Dog ਉਹੀ play ਸੀ ਜਿਹੜਾ 1597 ਦੇ ਵਿੱਚ ਆਇਆ ਸੀ। ਇਸ ਦੇ ਕਰਕੇ ਹੀ ਵੈਨ ਜੌਨਸਨ ਨੂੰ ਜੇਲ੍ਹ ਦੇ ਵਿੱਚ ਜਾਣਾ ਪੈ ਗਿਆ ਸੀ। Next, which play did Van Johnson write in the collaboration with John Marston and Chapman? ਜੌਨ ਮਾਸਟਨ ਤੇ ਚੈਪਮੈਨ ਦੇ ਨਾਲ ਕੋਲੈਬੋਰੇਸ਼ਨ ਦੇ ਵਿੱਚ ਵਰਕੇ ਦਾ ਇੱਕ ਹੋਰ ਹੁੰਦਾ ਐਕਸਟਰਾ ਵੈਸਟਵੁੱਡ ਹੋ। ਕਲੀਅਰ? ਨੈਕਸਟ, ਵਿਚ ਪਲੇ ਇਜ਼ ਅ ਸਟਾਰ ਔਨ ਪਿਊਰਿਟਨਿਜ਼ਮ। ਪਿਊਰਿਟਨਿਜ਼ਮ ਦੇ ਉੱਤੇ ਜਿਹੜੀ ਸਟਾਰ ਆ ਉਹ ਬਾਰਥੋਲੋਮਿਓ ਫੇਅਰ ਜਿਹੜਾ ਇਹਦਾ ਪਲੇ ਸੀਗਾ ਉਹਦੇ ਵਿੱਚ ਇਹਨੇ ਸਟਾਰ ਕੀਤੀ ਹੋਈ ਆ ਪਿਊਰਿਟਨ ਦੇ ਉੱਤੇ। ਨੈਕਸਟ, which of the following play has not been written by Ben Jonson? ਹੁਣ Ben Jonson ਨੇ ਦੇਖੋ ਦਾ ਮੈਗਨੈਟਿਕ ਲੇਡੀ ਵੀ ਉਸਦਾ ਹੀ ਹੈ, ਆ ਟੇਲ ਆਫ ਟਾਬੀ Ben Jonson ਦਾ ਹੀ ਹੈ, ਦਾ ਨਿਊ ਇਨ ਵੀ Ben Jonson ਦਾ ਹੀ ਹੈ। ਜਿਹੜਾ ਦਾ ਮੈਲਕੰਟੈਂਟ ਜਿਹੜਾ ਵਰਕ ਹੈ ਇਹ Ben Jonson ਦਾ ਨਹੀਂ ਹੈ। ਇਹ ਜਿਹੜਾ ਵਰਕ ਹੈਗਾ ਸਾਡੇ ਕੋਲ ਜੌਨ ਮੌਰਟਨ ਦਾ ਲਿਖਿਆ ਹੋਇਆ ਮੌਰਟਨ ਸੌਰੀ। ਨੈਕਸਟ, which is Ben Jonson's last completed play? complete play ਕਿਹੜਾ ਸੀ ਇਹਦਾ? A Tale of the Tub। ਇਹਦਾ incomplete play ਇਹ ਪਹਿਲਾਂ ਵੀ ਅਸੀਂ ਕਰ ਚੁੱਕੇ ਹਾਂ। ਦਾ ਸੈਫਰਡ ਸੈਡ ਸੈਫਰਡ ਜਿਹੜਾ ਹੈਗਾ Ben Jonson ਦਾ incomplete play ਹੈ। which work has the subtitle Discoveries Made Upon Men and Matter? ਇਹਦਾ subtitle ਕਿਸ ਵਰਕ ਦਾ ਹੈ? ਟਿੰਬਰ ਦਾ ਹੈ। ਕਲੀਅਰ? ਨੈਕਸਟ ਵਨ, about which writer did Johnson say? ਕਿਸ ਰਾਈਟਰ ਬਾਰੇ ਜੌਨਸਨ ਕਹਿੰਦਾ he knew little Latin and less Greek? ਇਹ ਜਿਹੜਾ ਹੈਗਾ ਲਾਈਨਸ ਨੇ ਜਿਹੜੀਆਂ ਇਹ ਸ਼ੇਕਸਪੀਅਰ ਦੇ ਬਾਰੇ ਕਹਿੰਦਾ ਕਿਉਂਕਿ ਸ਼ੇਕਸਪੀਅਰ ਨੂੰ ਲੈਟਿਨ ਵੀ ਨਹੀਂ ਆਉਂਦੀ ਸੀ ਨਾ ਹੀ ਗ੍ਰੀਕ ਆਉਂਦੀ ਸੀ। ਜ਼ਿਆਦਾਤਰ ਸ਼ੇਕਸਪੀਅਰ ਦੇ ਵਰਕ ਜਿਹੜੇ ਉਹ ਇੰਗਲਿਸ਼ ਦੇ ਵਿੱਚ ਹੀ ਸਾਨੂੰ ਮਿਲਦੇ ਨੇ। ਕਲੀਅਰ? ਨੈਕਸਟ, ਇਸ ਕਰਕੇ ਇਹਦਾ ਆਨਸਰ ਕੀ ਆਊਗਾ? ਵਿਲੀਅਮ ਸ਼ੇਕਸਪੀਅਰ। ਨੈਕਸਟ ਵਨ, about which writer did Johnson say? ਜੌਨਸਨ ਨੇ ਇਹ ਲਾਈਨਸ ਨੇ ਜਿਹੜੀਆਂ ਕਿਸ ਰਾਈਟਰ ਲਈ ਆਖੀਆਂ ਨੇ? for not keeping accent Dunn deserved hanging। ਤਾਂ ਡਨ ਵਰਡ ਆ ਗਿਆ ਇਸ ਕਰਕੇ ਜੌਨ ਡਨ ਦੇ ਲਈ ਹੀ ਇਹ ਲਾਈਨਸ ਨੇ ਜਿਹੜੀਆਂ ਉਹ ਆਖੀਆਂ ਗਈਆਂ ਨੇ। how many humors are in the comedy of humors? comedy of humors ਦੇ ਵਿੱਚ ਕਿੰਨੇ ਹਿਊਮਰਸ ਨੇ? 4 ਹਿਊਮਰਸ ਨੇ। ਕਲੀਅਰ? ਨੈਕਸਟ ਵਨ, which one is not a humor in comedy of humors? ਰਿਪੀਟ ਹੋ ਗਿਆ ਕੁਐਸਚਨ। ਰੈਡ ਬਾਇਲ ਜਿਹੜਾ ਹੈਗਾ ਇਹ ਹਿਊਮਰ ਨਹੀਂ ਹੈ ਕਮੇਡੀ ਆਫ ਹਿਊਮਰਸ ਦੇ ਵਿੱਚ। ਨੈਕਸਟ, which work did Ben Jonson translate into English? ਆਰਸ ਪੋਇਟਿਕਾ ਜਿਹੜਾ ਵਰਕ ਹੈ ਇਹਦਾ ਇਹ ਟਰਾਂਸਲੇਟ ਕੀਤਾ ਗਿਆ ਸੀ ਇੰਗਲਿਸ਼ ਦੇ ਵਿੱਚ। ਨੈਕਸਟ ਕੁਐਸਚਨ, on which mask is John Milton's Camus based? ਜੌਨ ਮਿਲਟਨ ਦਾ ਜਿਹੜਾ ਕਾਮੂ ਮਾਸਕ ਹੈ ਨਾ ਮਾਸਕ, ਹੁਣ ਤੁਹਾਨੂੰ ਮਾਸਕ ਬਾਰੇ ਪਤਾ ਹੋਏਗਾ, ਤੁਸੀਂ ਦੇਖਿਆ ਹੋਏਗਾ ਜਿਹੜੇ ਪਰਫਾਰਮ ਕਰਦੇ ਹੁੰਦੇ ਨੇ ਸਟੇਜ ਦੇ ਉੱਪਰ ਇੱਕ ਫੇਸ ਦੇ ਉੱਤੇ ਮਾਸਕ ਜਿਹਾ ਲੈ ਕੇ, ਹੈ ਨਾ, ਉੱਥੋਂ ਹੀ ਬਣਿਆ ਹੋਇਆ ਇਹ ਜਿਹੜਾ ਹੈਗਾ ਜੌਨ ਮਿਲਟਨ ਦਾ ਜਿਹੜਾ ਕਾਮੂ ਸੀ ਉਹ ਕਿਸ ਮਾਸਕ ਦੇ ਉੱਪਰ ਬੇਸਡ ਹੈ? ਪਲੈਜ਼ਰ ਇਜ਼ ਕਾਉਂਸਲ ਟੂ ਵਰਚੂ, ਇਸ ਦੇ ਉੱਤੇ ਬੇਸਡ ਹੈ। ਇਸ ਕਰਕੇ ਆਨਸਰ ਇਹਦਾ ਡੀ ਆਏਗਾ। ਨੈਕਸਟ, ਹਾਊ ਮੈਨੀ ਰੋਮਨਸ ਪਲੇ ਡਿਡ ਵੈਨ ਜੌਨਸਨ ਰਾਈਟ? ਵੈਨ ਜੌਨਸਨ ਨੇ ਕਿੰਨੇ ਪਲੇ ਨੇ ਜਿਹੜੇ ਰੋਮਨਸ ਉਹ ਰਾਈਟ ਕੀਤੇ ਸੀ? ਤਾਂ ਇਹਦਾ ਆਨਸਰ ਕੀ ਆਊਗਾ? 2। ਸੈਕਿੰਡ ਆਨਸਰ ਇਹਦਾ 2। ਨੈਕਸਟ, ਅੱਜ ਦੇ ਕੁਐਸਚਨ ਸਿਰਫ ਅਸੀਂ ਇੱਥੋਂ ਤੱਕ ਹੀ ਕਰਾਂਗੇ। ਤਾਂ ਹੋਪ ਕਿ ਤੁਹਾਨੂੰ ਅੱਜ ਦੇ ਕੁਐਸਚਨਸ ਦੇ ਵਿੱਚੋਂ ਬਹੁਤ ਕੁਝ ਪਤਾ ਲੱਗਿਆ ਹੋਏਗਾ। ਇਹ ਜਿਹੜੇ MCQs ਨੇ ਤੁਸੀਂ ਇਹਨਾਂ ਨੂੰ ਜਾਂ ਤਾਂ ਆਪਣੇ ਨੋਟਸ ਦੇ ਵਿੱਚ ਲੈ ਲਓ ਜਾਂ ਫਿਰ ਇਹਨਾਂ ਨੂੰ ਰਿਪੀਟ 'ਤੇ ਕਰਕੇ ਇੱਕ ਵਾਰ ਹੋਰ ਦੇਖ ਲੈਣਾ ਤਾਂ ਜੋ ਤੁਹਾਡੇ ਸਾਰੇ ਕੁਐਸਚਨਸ ਨੇ ਜਿਹੜੇ ਇਹ ਕਲੀਅਰ ਹੋ ਜਾਣਗੇ। ਇਹਨਾਂ ਦੇ ਵਿੱਚੋਂ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਮਾਸਟਰ ਗੇਟਰ ਦੇ ਵਿੱਚ ਇਹਨਾਂ ਦੇ ਵਿੱਚੋਂ ਹੀ ਜਿਹੜਾ ਹੈਗਾ 80% ਤੁਹਾਡਾ ਸਿਲੇਬਸ ਕਵਰ ਕਰਨਗੇ।
ਟੋਟਲ 2000 ਜਿਹੜੀ ਸਾਡੀ ਸੀਰੀਜ਼ ਹੈ ਇਸ ਦੇ ਵਿੱਚੋਂ। ਥੈਂਕ ਯੂ। ਅਗਰ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੈ ਤਾਂ ਇਹਨੂੰ ਸ਼ੇਅਰ ਅਤੇ ਲਾਈਕ ਕਰਨਾ ਨਾ ਭੁੱਲਿਓ। ਨੈਕਸਟ ਪਾਰਟ ਹੈ ਜਿਹੜਾ ਇਹਦਾ ਅਸੀਂ 171 ਤੋਂ ਲੈ ਕੇ 200 ਪਲੱਸ ਲੈ ਕੇ ਜਾਵਾਂਗੇ। ਥੈਂਕ ਯੂ ਜੀ।